ਪ੍ਰਾਚੀਨ ਕਾਲ ਵਿੱਚ ਲੋਕਾਂ ਦੇ ਕੋਲ ਆਵਾਜਾਈ ਦੇ ਸਾਧਨ ਨਹੀਂ ਸਨ। ਉਹ ਪੈਦਲ ਚੱਲਦੇ ਸਨ ਅਤੇ ਆਪਣਾ ਸਮਾਨ ਜਾਂ ਤਾਂ ਆਪਣੀ ਪਿੱਠ ਉੱਤੇ ਜਾਂ ਪਸ਼ੂਆਂ ਦੀ ਪਿੱਠ ਉੱਤੇ ਰੱਖ ਕੇ ਲੈ ਜਾਂਦੇ ਸਨ। ਪ੍ਰਾਚੀਨ ਕਾਲ ਵਿੱਚ ਜਲ ਮਾਰਗਾਂ ਦੇ ਦੁਆਰਾ ਆਵਾਜਾਈ ਲਈ ਕਿਸ਼ਤੀਆਂ ਦਾ ਉਪਯੋਗ ਕੀਤਾ ਜਾਂਦਾ ਸੀ। ਪਹੀਏ ਦੀ ਖੋਜ ਨੇ ਆਵਾਜਾਈ ਦੀ ਪ੍ਰਣਾਲੀ ਵਿੱਚ ਬਹੁਤ ਮਹੱਤਵਪੂਰਨ ਪਰਿਵਰਤਨ ਕੀਤੇ। ਪਹੀਆਂ ਨਾਲ ਚੱਲਣ ਵਾਲੇ ਵਾਹਨਾਂ ਨੂੰ ਖਿੱਚਣ ਲਈ ਪਸ਼ੂਆਂ ਦਾ ਉਪਯੋਗ ਕੀਤਾ ਜਾਂਦਾ ਸੀ। 19ਵੀਂ ਸਦੀ ਦੇ ਸ਼ੁਰੂ ਤੱਕ ਵੀ ਲੋਕ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਆਵਾਜਾਈ ਲਈ ਪਸ਼ੂ ਸ਼ਕਤੀ ਉੱਤੇ ਨਿਰਭਰ ਕਰਦੇ ਸਨ। ਭਾਫ ਵਾਲੇ ਇੰਜਣ ਦੀ ਖੋਜ ਹੋਣ ਨਾਲ ਇੱਕ ਨਵੇਂ ਸ਼ਕਤੀ ਸੋਮੇ ਦਾ ਆਰੰਭ ਹੋਇਆ। ਭਾਫ ਇੰਜਣ ਨਾਲ ਚੱਲਣ ਵਾਲੀਆਂ ਸਵਾਰੀ ਅਤੇ ਮਾਲ ਗੱਡੀਆਂ ਦੇ ਡੱਬਿਆਂ ਲਈ ਰੇਲ ਦੀਆਂ ਪਟੜੀਆਂ ਦਾ ਨਿਰਮਾਣ ਕੀਤਾ ਗਿਆ। ਪਾਣੀ ਤੇ ਆਵਾਜਾਈ ਦੇ ਸਾਧਨ ਦੇ ਰੂਪ ਵਿੱਚ ਮੋਟਰ ਨਾਲ ਚੱਲਣ ਵਾਲੀ ਕਿਸ਼ਤੀ ਅਤੇ ਜਹਾਜ਼ਾਂ ਦਾ ਉਪਯੋਗ ਹੋਣ ਲੱਗਾ। ਬਿਜਲੀ ਰੇਲ ਗੱਡੀ, ਏਕਲ ਰੇਲ, ਸੁਪਰਸੋਨਿਕ ਹਵਾਈ ਜਹਾਜ਼ ਅਤੇ ਪੁਲਾੜ ਯਾਨ 20ਵੀਂ ਸਦੀ ਦੇ ਕੁਝ ਯੋਗਦਾਨ ਹਨ। ਆਓ ਬੱਚਿਓ, ਹੁਣ ਪਤਾ ਲਗਾਈਏ ਕਿ ਅਸੀਂ ਕਿੰਨੀ ਦੂਰੀ ਤੈਅ ਕੀਤੀ, ਭਾਵ ਅਸੀਂ ਕਿੰਨੀ ਦੂਰ ਚੱਲੇ ਹਾਂ। ਕੋਈ ਸਥਾਨ ਕਿੰਨਾ ਦੂਰ ਹੈ, ਇਹ ਜਾਣਨਾ ਮਹੱਤਵਪੂਰਨ ਹੁੰਦਾ ਹੈ ਤਾਂ ਕਿ ਅਸੀਂ ਇਹ ਅਨੁਮਾਨ ਲਗਾ ਸਕੀਏ ਕਿ ਉੱਥੇ ਪਹੁੰਚਣ ਲਈ ਅਸੀਂ ਕਿਸ ਤਰ੍ਹਾਂ ਜਾਵਾਂਗੇ। ਪੈਦਲ ਚੱਲ ਕੇ, ਬੱਸ ਉੱਤੇ, ਰੇਲ ਗੱਡੀ ਤੇ, ਸਮੁੰਦਰੀ ਜਹਾਜ਼ ਨਾਲ, ਹਵਾਈ ਜਹਾਜ਼ ਨਾਲ ਜਾਂ ਫਿਰ ਕੋਈ ਪੁਲਾੜ ਵਾਹਨ ਲੈਣਾ ਪਵੇਗਾ। ਕਦੀ-ਕਦੀ ਇਸ ਤਰ੍ਹਾਂ ਦੀਆਂ ਵੀ ਵਸਤੂਆਂ ਹੁੰਦੀਆਂ ਹਨ ਜਿਨ੍ਹਾਂ ਦੀ ਲੰਬਾਈ ਜਾਂ ਚੌੜਾਈ ਜਾਣਨ ਦੀ ਜ਼ਰੂਰਤ ਹੁੰਦੀ ਹੈ। ਬੱਚਿਓ, ਆਪਾਂ ਇੱਕ ਡੈਸਕ ਦੀ ਲੰਬਾਈ ਮਾਪਣ ਦੀ ਕੋਸ਼ਿਸ਼ ਕਰੀਏ। ਡੈਸਕ ਦੇ ਠੀਕ ਅੱਧ ਵਿੱਚ ਇੱਕ ਚਿੰਨ੍ਹ ਬਣਾਓ ਅਤੇ ਡੈਸਕ ਨੂੰ 2 ਬਰਾਬਰ ਭਾਗਾਂ ਵਿੱਚ ਵੰਡਣ ਲਈ ਇੱਕ ਰੇਖਾ ਖਿੱਚੋ। ਹੁਣ ਇੱਕ ਡੰਡੇ ਦੀ ਸਹਾਇਤਾ ਨਾਲ ਡੈਸਕ ਦੀ ਲੰਬਾਈ ਅਤੇ ਚੌੜਾਈ ਮਾਪੋ। ਇਹ ਵੇਖੋ ਕਿ ਕੁੱਲ ਕਿੰਨੇ ਡੰਡੇ ਬਣਦੇ ਹਨ। ਇਸ ਤਰ੍ਹਾਂ ਬੱਚਿਓ, ਡੈਸਕ ਦੀ ਲੰਬਾਈ ਅਤੇ ਚੌੜਾਈ ਇੱਕ ਲੰਬੇ ਧਾਗੇ ਜਾਂ ਡੋਰੀ ਜਾਂ ਫਿਰ ਹੱਥ ਦੀਆਂ ਗਿੱਠਾਂ ਨਾਲ ਵੀ ਮਾਪ ਸਕਦੇ ਹਾਂ। ਪ੍ਰਾਚੀਨ ਕਾਲ ਵਿੱਚ ਪੈਰ ਦੀ ਲੰਬਾਈ, ਉਂਗਲੀ ਦੀ ਚੌੜਾਈ ਅਤੇ ਇੱਕ ਕਦਮ ਦੀ ਦੂਰੀ, ਇਹਨਾਂ ਸਾਰਿਆਂ ਦਾ ਮਾਪ ਦੀ ਇਕਾਈ ਦੇ ਰੂਪ ਵਿੱਚ ਆਮ ਤੌਰ ਤੇ ਉਪਯੋਗ ਹੁੰਦਾ ਸੀ। ਬੱਚਿਓ, ਕੀ ਤੁਸੀਂ ਦੱਸ ਸਕਦੇ ਹੋ ਲੰਬਾਈ ਕੀ ਹੁੰਦੀ ਹੈ? ਕਿਸੇ ਵਸਤੂ ਦੀ ਆਰੰਭਿਕ ਬਿੰਦੂ ਤੋਂ ਅੰਤਰਿਮ ਬਿੰਦੂ ਤੱਕ ਦੀ ਦੂਰੀ ਨੂੰ ਉਸ ਵਸਤੂ ਦੀ ਲੰਬਾਈ ਕਿਹਾ ਜਾਂਦਾ ਹੈ। ਲੰਬਾਈ ਨੂੰ ਸਕੇਲ, ਇੰਚੀ ਟੇਪ, ਮਾਪਕ ਛੜ ਆਦਿ ਨਾਲ ਮਾਪਿਆ ਜਾ ਸਕਦਾ ਹੈ। ਲੰਬਾਈ ਦੀ ਇਕਾਈ ਮੀਟਰ ਹੁੰਦੀ ਹੈ। ਵੱਧ ਲੰਬਾਈਆਂ ਨੂੰ ਇੱਕ ਹੋਰ ਇਕਾਈ ਕਿਲੋਮੀਟਰ ਵਿੱਚ ਮਾਪਿਆ ਜਾਂਦਾ ਹੈ। 1 ਕਿਲੋਮੀਟਰ ਬਰਾਬਰ ਹੈ 1000 ਮੀਟਰ। ਥੋੜੀਆਂ ਲੰਬਾਈਆਂ ਨੂੰ ਛੋਟੀ ਇਕਾਈ ਸੈਂਟੀਮੀਟਰ ਨਾਲ ਵੀ ਮਾਪਿਆ ਜਾ ਸਕਦਾ ਹੈ। ਬੱਚਿਓ, 1 ਮੀਟਰ ਬਰਾਬਰ 100 ਸੈਂਟੀਮੀਟਰ। ਇਸ ਲਈ ਮਾਪਣ ਦੀਆਂ ਸਹੀ ਮਾਣਕ ਇਕਾਈਆਂ ਦਾ ਪਤਾ ਹੋਣਾ ਜ਼ਰੂਰੀ ਹੈ। ਕਿਸੇ ਵਕਰ ਰੇਖਾ ਦੀ ਲੰਬਾਈ ਮਾਪਣਾ। ਬੱਚਿਓ, ਕਿਸੇ ਵਕਰ ਰੇਖਾ ਦੀ ਲੰਬਾਈ ਮਾਪਣ ਲਈ ਅਸੀਂ ਧਾਗੇ ਦਾ ਉਪਯੋਗ ਕਰਦੇ ਹਾਂ। ਕੀ ਤੁਸੀਂ ਦੱਸ ਸਕਦੇ ਹੋ ਕਿਉਂ?
ਉਹ ਇਸ ਲਈ ਕਿਉਂਕਿ ਟੇਢੀ ਮੇਢੀ ਰੇਖਾ ਨੂੰ ਸਿੱਧੇ ਸਕੇਲ ਜਾਂ ਕੋਈ ਹੋਰ ਮਾਪਕ ਯੰਤਰ ਨਾਲ ਨਹੀਂ ਮਿਣਿਆ ਜਾ ਸਕਦਾ। ਧਾਗੇ ਨੂੰ ਇੱਕ ਰੇਖਾ ਦੇ ਆਰੰਭਿਕ ਬਿੰਦੂ ਤੇ ਰੱਖੋ। ਆਪਣੀ ਪਹਿਲੀ ਉਂਗਲ ਦੀ ਮਦਦ ਨਾਲ ਧਾਗੇ ਨੂੰ ਵਕਰ ਰੇਖਾ ਦੇ ਨਾਲ-ਨਾਲ ਫੈਲਾਓ। ਜਿੱਥੇ ਰੇਖਾ ਖਤਮ ਹੋਵੇ ਉੱਥੇ ਤੱਕ ਪਹੁੰਚੇ ਧਾਗੇ ਉੱਤੇ ਇੱਕ ਨਿਸ਼ਾਨ ਲਗਾਓ। ਹੁਣ ਧਾਗੇ ਨੂੰ ਫੈਲਾ ਕੇ ਕਿਸੇ ਸਕੇਲ ਦੀ ਮਦਦ ਨਾਲ ਲੱਗੇ ਨਿਸ਼ਾਨ ਤੱਕ ਮਾਪ ਲਓ। ਇਸ ਤਰ੍ਹਾਂ ਅਸੀਂ ਕਿਸੇ ਵਕਰ ਰੇਖਾ ਦੀ ਲੰਬਾਈ ਮਾਪ ਸਕਦੇ ਹਾਂ। ਅਸੀਂ ਆਪਣੇ ਆਲੇ ਦੁਆਲੇ ਦੀਆਂ ਕੁਝ ਵਸਤੂਆਂ ਨੂੰ ਗਤੀ ਕਰਦੇ ਵੇਖਦੇ ਹਾਂ ਅਤੇ ਕੁਝ ਵਿਰਾਮ ਅਵਸਥਾ ਵਿੱਚ ਰਹਿੰਦੀਆਂ ਹਨ। ਗਤੀ ਦਾ ਮਤਲਬ ਵਸਤੂ ਦੀ ਸਥਿਤੀ ਵਿੱਚ ਬਦਲਾਅ ਤੋਂ ਹੈ, ਜਿਵੇਂ ਚੱਲਦਾ ਹੋਇਆ ਪੱਖਾ, ਚਲਦੀ ਕਾਰ, ਉਡਦੇ ਪੰਛੀ ਆਦਿ। ਗਤੀ ਕਈ ਕਿਸਮਾਂ ਦੀ ਹੋ ਸਕਦੀ ਹੈ, ਜਿਵੇਂ ਕਿ ਸਰਲ ਰੇਖੀ ਗਤੀ, ਭਾਵ ਸਿੱਧੀ ਰੇਖਾ ਵਿੱਚ ਕਿਸੇ ਵਸਤੂ ਜਾਂ ਵਿਅਕਤੀ ਦਾ ਗਤੀਮਾਨ ਹੋਣਾ, ਜਿਵੇਂ ਤੁਸੀਂ ਸਿੱਧੀ ਸੜਕ ਉੱਤੇ ਚਲਦੀ ਕਾਰ ਅਤੇ ਸੋਲਜਰਜ਼ ਮਾਰਚ ਕਰਦੇ ਵੇਖ ਸਕਦੇ ਹੋ। ਬੱਚਿਓ, ਗਤੀ ਦੀ ਇੱਕ ਹੋਰ ਕਿਸਮ ਹੈ ਚੱਕਰਾਕਾਰ ਗਤੀ। ਚੱਕਰਾਕਾਰ ਗਤੀ ਤੋਂ ਭਾਵ ਕਿਸੇ ਵਸਤੂ ਦਾ ਚੱਕਰਾਕਾਰ ਪਥ ਵਿੱਚ ਘੁੰਮਣਾ ਹੈ, ਜਿਵੇਂ ਚਲਦੇ ਹੋਏ ਪੱਖੇ ਦੇ ਫਰ, ਘੜੀ ਦੀਆਂ ਸੂਈਆਂ ਆਦਿ। ਇਸੇ ਤਰ੍ਹਾਂ ਆਵਰਤੀ ਗਤੀ ਵੀ ਗਤੀ ਦੀ ਇੱਕ ਕਿਸਮ ਹੈ। ਜਦੋਂ ਕੋਈ ਵਸਤੂ ਇੱਕ ਨਿਸ਼ਚਿਤ ਸਮੇਂ ਬਾਅਦ ਆਪਣੀ ਗਤੀ ਨੂੰ ਦੁਹਰਾਉਂਦੀ ਹੈ ਤਾਂ ਅਜਿਹੀ ਗਤੀ ਨੂੰ ਆਵਰਤੀ ਗਤੀ ਕਿਹਾ ਜਾਂਦਾ ਹੈ। ਪੈਂਡੂਲਮ, ਝੂਲਦੇ ਝੂਲੇ ਅਤੇ ਬੱਚੇ ਦੀ ਗਤੀ, ਗਿਟਾਰ ਦੀਆਂ ਡੋਰੀਆਂ ਆਦਿ ਸਭ ਆਵਰਤੀ ਗਤੀ ਦੀਆਂ ਉਦਾਹਰਨਾਂ ਹਨ। ਕਈ ਵਾਰ ਇੱਕ ਸਥਿਤੀ ਵਿੱਚ ਦੋ ਕਿਸਮ ਦੀਆਂ ਗਤੀਆਂ ਵੀ ਦੇਖੀਆਂ ਜਾ ਸਕਦੀਆਂ ਹਨ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਜਦੋਂ ਇੱਕ ਬੱਚਾ ਬਾਲ ਨੂੰ ਕਿੱਕ ਕਰਦਾ ਹੈ ਤਾਂ ਬਾਲ ਗੋਲ ਘੁੰਮਦੀ ਹੋਈ ਦੂਰ ਜਾਂਦੀ ਹੈ। ਬੱਚਿਓ, ਇੱਥੇ ਬਾਲ ਗੋਲ ਘੁੰਮਣ ਕਰਕੇ ਚੱਕਰਾਕਾਰ ਗਤੀ ਕਰਦੀ ਹੈ ਅਤੇ ਸਿੱਧੀ ਰੇਖਾ ਵਿੱਚ ਦੂਰੀ ਤੈਅ ਕਰਨ ਕਰਕੇ ਸਰਲ ਰੇਖੀ ਗਤੀ ਵੀ ਕਰ ਰਹੀ ਹੈ।